ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਸੰਗਤਾਂ ਦੇ ਦਰਸ਼ਨ ਮੇਲੇ, ਸੇਵਾ ਸਿਮਰਨ, ਅਗਾਧ ਗੁਰਬਾਣੀ ਦੇ ਜਾਪ, ਕਥਾ ਵਿਚਾਰਾਂ ਬਖਸ਼ਿਸ਼ ਕੀਤੀਆਂ ਨੇ। ਜੋ ਵੀ ਸਤਿਗੁਰਾਂ ਦੇ ਪਿਆਰੇ ਸਮੂਹ ਮਾਈ ਭਾਈ ਉਹਦੀ ਕਿਰਪਾ ਦਾ ਸਦਕਾ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਜੋ ਮਾਲਕ ਦੇ ਬਖਸ਼ੇ ਉਦਮ ਦਾ ਸਦਕਾ ਆਪਣੇ ਜੀਵਨ ਨੂੰ ਮਿਲੇ ਹੋਏ ਸਵਾਸਾਂ ਨੂੰ ਜੋ ਗਿਣਤੀ ਦੇ ਨੇ ਇੱਕ ਦਿਨ ਮੁੱਕ ਜਾਣੇ ਨੇ, ਮਨੁੱਖਾ ਜਨਮ ਨੂੰ ਸਮੇਂ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਆਓ ਗੁਰਮੁਖ ਪਿਆਰਿਓ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ ਕੋਸ਼ਿਸ਼ ਕਰੀਏ ਸਤਿਗੁਰਾਂ ਦੇ ਬਚਨਾਂ ਨੂੰ ਮਨ ਕਰਕੇ ਪੜ੍ਹੀਏ, ਵਿਚਾਰੀਏ, ਸੁਣੀਏ, ਸੁਣਾਈਏ, ਹਿਰਦੇ ਵਸਾਈਏ ਭਾਈ। ਕੱਲ ਜੋ ਵਿਚਾਰ ਕੀਤੀ ਸੀ ਅਣਸੂਆਂ ਆਤਰੇ ਰਿਸ਼ੀ ਦੇ ਘਰ ਵਾਲੀ ਅਣਸੂਆਂ ਜੀ ਦਾ ਸੱਤ ਤੋੜਨ ਦੇ ਲਈ ਵਿਸ਼ਨੂੰ ਦੀ, ਬ੍ਰਹਮਾ ਦੀ, ਸ਼ਿਵ ਜੀ ਦੀ ਘਰ ਵਾਲੀਆਂ ਨੇ ਆ ਕੇ ਯਤਨ ਕੀਤਾ, ਉਹਨੂੰ ਦੇਵਤਿਆਂ ਨੂੰ ਭੇਜਿਆ। ਤੇ ਅੱਗੇ ਫਿਰ ਸੰਤੋਖ ਦੀ ਗੱਲ ਕੀਤੀ ਸੀ, ਚੁਣਕ ਰਿਖੀ ਦੀ, ਜਿਸ ਨੂੰ ਮਾਲਕ ਨੇ ਪਰਚਾ ਪਾਇਆ। 7 ਦਿਨ ਤੋਂ ਭੋਜਨ ਨਹੀਂ ਸੀ ਮਿਲਿਆ ਉਹਨਾਂ ਨੂੰ। ਜਿੱਦੇ ਮਿਲਿਆ ਉਹਦੇ ਰੱਬ ਆ ਗਿਆ, ਪਰਚਾ ਪਾ ਦਿੱਤਾ ਇਮਤਿਹਾਨ ਲੈਣ। ਕਹਿੰਦਾ ਮੈਂ ਭੁੱਖਾ ਭੋਜਨ ਛਕਾਓ। ਬ੍ਰਾਹਮਣ ਰੂਪ ਬਣਿਆ ਸੀ। ਉਹਨਾਂ ਨੇ ਆਪਣੇ ਹਿੱਸੇ ਦਾ ਸਾਰਾ ਭੋਜਨ ਉਹਨੂੰ ਛਕਾ ਦਿੱਤਾ, ਸੰਤੋਖ ਰੱਖਿਆ। ਫਿਰ ਦਇਆ ਦੀ ਗੱਲ ਕੀਤੀ ਆਪਾਂ। ਦਇਆ ਜਿਹੜੀ ਹੈ
ਧਰਮ ਦੀ ਮਾਂ ਹੈ। ਦਇਆ ਤੋਂ ਬਿਨਾਂ ਬੰਦਾ ਧਰਮੀ ਨਹੀਂ ਹੋ ਸਕਦਾ। ਭਾਵ ਤਰਸ। ਜੇ ਬੰਦਾ ਤਰਸ ਵੀ ਨਾ ਕਰਦਾ ਕਿਸੇ ਤੇ ਤਾਂ ਉਹ ਧਰਮੀ ਨਹੀਂ ਹੋ ਸਕਦਾ ਜੀ। ਗਿਲਜੀਆਂ ਦੇ ਕੋਲੋਂ ਬੱਲੋ ਕੇ ਹੈੱਡ ਤੇ ਜਾ ਕੇ ਗੁਰੂ ਦੇ ਸਿੱਖਾਂ ਨੇ 8 ਦਿਨ ਭੁੱਖੇ ਰਹਿ ਕੇ 18,000 ਲੜਕੀਆਂ ਛੁਡਾਈਆਂ ਸਨ। ਫਿਰ ਉਹਨਾਂ ਨੇ ਪ੍ਰਸ਼ਾਦਾ ਛਕਿਆ, ਪਰਨ ਕੀਤਾ ਸੀ ਜਲ ਪਾਣ ਨਹੀਂ ਕਰਾਂਗੇ ਜਿੰਨਾ ਟਾਈਮ ਧੀਆਂ ਭੈਣਾਂ ਨੂੰ ਛਡਾਉਂਦੇ ਨੇ। ਦਇਆ। ਤੇ ਅਗਲੇ ਬਚਨ ਸਤਿਗੁਰ ਕਹਿੰਦੇ ਆ ਜੀ, ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ। ਹੰਕਾਰ ਛੱਡ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਹੋਣਾ ਕਰੇ। ਇਹ ਅਮੋਲਕ ਗੁਣ ਉਹਨੂੰ ਪ੍ਰਾਪਤ ਹੁੰਦੇ ਨੇ ਜਿਨੇ ਉਸ ਨਿਰਅਕਾਰ ਭਾਵ ਪਰਮੇਸ਼ਰ ਵਾਹਿਗੁਰੂ ਜੋ ਬਖਸ਼ਿਸ਼ ਕਰਕੇ ਮਿਹਰ ਕਰਦਾ ਹੈ, ਇਹ ਦਾਤ ਬ੍ਰਹਮ ਪ੍ਰਾਪਤ ਕਰਕੇ ਅੰਦਰ ਫਿਰ ਇਨਸਾਨ ਦੇ ਮਨੁੱਖ ਦੇ ਬ੍ਰਹਮ ਦੀ ਦ੍ਰਿਸ਼ਟੀ ਜਾਗਦੀ ਆ। ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ। ਹੈ ਵਾਹਿਗੁਰੂ ਜੀ, ਜਿਹੜਾ ਸੰਸਾਰ ਫੈਲਿਆ ਹੋਇਆ ਦਿਖ ਰਿਹਾ ਇਹ ਸਾਰਾ ਤੇਰਾ ਹੀ ਰੂਪ ਹੈ। ਅਧਿਕਾਈ ਤਾਂ ਹੀ ਉਪਦੇਸ਼ ਦਿੰਦੇ ਆ, ਜਿਵੇਂ ਸਾਮ ਵੇਦ ਦਾ ਤਤ ਸਮੀ ਮਹਾਵਾਕ ਹੈ, ਇਸ ਪ੍ਰਕਾਰ ਇਹ ਗੁਰਬਾਣੀ ਵਿੱਚ ਮਹਾਵਾਕ ਦਾ ਰੂਪ ਹੈ ਕਿ ਜਗਿਆਸੂ ਜੋ ਤੇਰੇ ਸਰੀਰ ਵਿੱਚ ਆਤਮਾ ਹੈ ਇਹੀ ਤੇਰਾ ਆਪਣਾ ਸਰੂਪ ਹੈ। ਆਤਮਿਕ ਸਰੂਪ ਹੋਣ ਕਰਕੇ ਤੇਰਾ ਆਪਣਾ ਹੀ ਸਰੂਪ ਪਸਰਿਆ ਹੋਇਆ। ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਇਸ ਪ੍ਰਕਾਰ ਸਤਿਗੁਰਾਂ ਨੇ ਜਿਨ੍ਹਾਂ ਦੇ ਹਿਰਦੇ ਵਿੱਚੋਂ ਭਰਮ ਨੂੰ ਨਾਸ਼ ਕਰ ਦਿੱਤਾ ਹੈ, ਤਾਂ ਫਿਰ ਉਹ ਜਗਿਆਸੂ ਗੁਰੂ ਕਿਰਪਾ ਦੁਆਰਾ ਸਾਰੇ ਹੀ ਬ੍ਰਹਮ ਕਹੀਏ ਵਿਆਪਕ ਪਰਮਾਤਮਾ ਨੂੰ ਵਿਚਾਰਦੇ ਨੇ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਜੀ ਸੰਸਾਰ ਵਿੱਚ ਆਪਣੇ ਆਪ ਨੂੰ ਬੜੇ ਲੋਕ ਭਗਤ ਖਵਾਉਂਦੇ ਨੇ ਕਿ ਅਸੀਂ ਭਗਤਾਂ, ਕਿ ਅਸੀਂ ਸਾਰੇ ਹੀ ਭਗਤਾਂ। ਫਿਰ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਭਾਈ ਦੁਕਿਰਤ ਸੁਕਿਰਤ ਮੰਦੇ ਸੰਸਾਰ ਸਗਲਾਣਾ। ਦੁਕਿਰਤ ਕਹੀਏ ਖੋਟੇ ਕਰਮ, ਸੁਕਿਰਤ ਕਹੀਏ ਚੰਗੇ ਕਰਮ, ਭਾਵ ਪਾਪ ਪੁੰਨ ਦੇ ਵਿੱਚ ਸਗਲਾਣਾ ਕਹੀਏ ਸਾਰਾ ਸੰਸਾਰ ਆਇਆ ਹੋਇਆ। ਭਾਵ ਇਹਨਾਂ ਕਰਕੇ ਹੀ ਬੰਦਾ ਜੰਮਦਾ ਹੈ ਤੇ ਮਰਦਾ ਹੈ, ਕਰਮਾਂ ਕਰਕੇ। ਦੁਕਿਰਤ ਕਹੀਏ ਖੋਟੇ ਕਰਮ, ਜੀਵ ਹੱਤਿਆ ਕਰਨੀ, ਕਿਸੇ ਨੂੰ ਦੁੱਖ ਦੇਣਾ, ਕਿਸੇ ਦਾ ਖੂਨ ਨਿਚੋੜ ਕੇ ਪੀਣਾ, ਭਾਵ ਪਰਾਇਆ ਹੱਕ ਖਾਣਾ, ਪਾਪ ਕਰਮ ਦੁਆਰਾ ਧਨ ਇਕੱਠਾ ਕਰਨਾ, ਇਹ ਦੁਕਿਰਤ ਭਾਵ ਖੋਟੇ ਕਰਮ ਨੇ। ਸੁਕਿਰਤ ਕਹੀਏ ਚੰਗੇ ਕਰਮ, ਭਾਵ ਦਾਨ ਪੁੰਨ ਕਰਨਾ, ਭੁੱਖੇ ਨੂੰ ਅੰਨ ਦੇਣਾ, ਦੁਖੀ ਦੀ ਸਹਾਇਤਾ ਕਰਨੀ, ਇਹ ਸਭ ਕੁਛ। ਪਰ ਜਦੋਂ ਇਹ ਕਰਮ ਕਰਕੇ ਹੰਕਾਰ ਕਰੇ ਨਾ ਬੰਦਾ ਕਿ ਮੈਂ ਕੀਤੇ ਨੇ, ਤਾਂ ਫਿਰ ਚੰਗੇ ਕਰਮ ਵੀ ਬੰਧਨ ਰੂਪ ਬਣ ਜਾਂਦੇ ਨੇ। ਬੰਦਾ ਮਾਣ ਨਾ ਕਰੇ, ਕੁਛ ਚੰਗਾ ਕਰ ਰਿਹਾ ਨਾ, ਦਾਨ ਪੁੰਨ ਕਰਦੇ ਆ, ਆ ਕਥਾ ਕਰਕੇ ਵੀ, ਸੇਵਾ ਕਰਕੇ ਵੀ, ਆ ਗੁਰੂ ਘਰ ਆ ਕੇ ਵੀ, ਬੜੀ ਦੁਨੀਆ ਮੈਂ ਮੇਰੀ ਕਰਦੀ ਕਰਦੀ ਤੁਰ ਗਈ।
ਕਿ ਆਪਸ ਕੋ ਕਰਮਵੰਤ ਕਹਾਵੈ। ਆਪਣੇ ਆਪ ਨੂੰ ਕਰਮਵੰਤੀ ਕਹਾਉਣਾ ਕਿ ਮੇਰੇ ਤੋਂ ਬਿਨਾਂ ਆ ਕਰਮ ਕੋਈ ਨਹੀਂ ਕਰ ਸਕਦਾ। ਤੇ ਸਤਿਗੁਰ ਕਹਿੰਦੇ ਜੀ, ਜਨਮ ਮਰੈ ਬਹੁ ਜੋਨ ਭਰਮਾਵੈ। 84 ਦਾ ਲੱਖਰ ਚੱਕਰ ਜਿਹੜਾ ਤਿਆਰ ਹੈ ਬੰਦੇ ਵਾਸਤੇ, ਇਹ ਕਰਮ ਕਰਨੇ ਵੀ ਜੇ ਬੰਦਾ ਹੰਕਾਰ ਕਰਦਾ ਬੰਧਨ ਬਣ ਜਾਂਦੇ ਨੇ। ਨਿਸਕਾਮ ਕਰਮ ਰੱਖਣੇ, ਨਿਸਕਾਮ ਕਦੇ ਵੀ। ਬੇਨਤੀ ਕੀਤੀ, ਕਹਿੰਦੇ ਗੁਰੂ ਨਾਨਕ ਜੀ ਵਿਚਾਰ ਹੈ ਕਿ ਸਭ ਤੋਂ ਵੱਡਾ ਦਾਤਾ ਕੌਣ ਆ? ਦਾਨ ਪੁੰਨ ਕਰਨ ਵਾਲੇ, ਦਾਤਾਂ ਦੇਣ ਵਾਲੇ, ਭੇਟਾਵਾਂ ਦੇਣ ਵਾਲੇ ਬੜੇ ਫਿਰਦੇ ਆ ਬੜੀ ਦੁਨੀਆ। ਕਹਿੰਦੇ ਸਭ ਤੋਂ ਵੱਡਾ ਦਾਤਾ ਕੌਣ ਆ? ਬੇਨਤੀ ਕੀਤੀ ਸਿੱਖਾਂ ਨੇ। ਗੁਰੂ ਨਾਨਕ ਕਹਿੰਦੇ ਵੱਡਾ ਦਾਤਾ ਤਿਲ ਨਾ ਤਮਾਏ। ਉਹ ਵੱਡਾ ਦਾਤਾ ਹੈ, ਵੱਡਾ ਦਾਤਾ, ਸਭ ਤੋਂ ਵੱਡਾ ਦਾਨੀ। ਜੇ ਉਹ ਕੁਛ ਦੇ ਕੇ ਇੱਕ ਤਿਲ ਜਿੰਨੀ ਵੀ ਤਮਾ ਨਹੀਂ ਕਰਦਾ ਕਿ ਮੈਂ ਦਿੱਤਾ ਹੈ। ਦੂਸਰਾ ਅਰਥ, ਇੱਕ ਤਿਲ ਦੇਣ ਵਾਲਾ ਵੀ ਵੱਡਾ ਦਾਤਾ ਹੈ ਜੇ ਉਹ ਅੰਦਰ ਨਹੀਂ ਜਤਾਉਂਦਾ ਕਿ ਮੈਂ ਕੀਤਾ ਹੈ। ਜੇ ਬੰਦਾ ਅੰਦਰ ਜਤਾਉਂਦਾ ਹੈ ਕਿ ਮੈਂ ਕਰ ਰਿਹਾ, ਮੇਰੇ ਤੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ। ਕਰਦੇ ਆ ਲੋਕ ਭੇਟਾਵਾਂ ਦਾਤਾਂ ਦੇ ਕੇ, ਐ ਪੂਰੇ ਹੰਕਾਰ ਦੇ ਵਿੱਚ ਆਂਦੇ ਕਿ ਮੈਂ ਕਰਿਆ, ਮੈਂ ਦਿੱਤਾ, ਮੇਰੀ ਚੀਜ਼ ਦਿੱਤੀ ਹੋਈ ਆ। ਬੰਧਨ ਬਣਦੇ ਨੇ ਇਹ ਚੀਜ਼ਾਂ। ਇੱਕ ਤਿਲ ਜਿੰਨੀ ਵੀ ਤਮਾ ਨਹੀਂ ਕਰਨੀ। ਇਹ ਫਿਰ ਚੰਗੇ ਕਰਮ ਕੀਤੇ ਹੋਏ ਵੀ ਹਉਮੈ ਹੰਕਾਰ ਦੇ ਕਰਕੇ ਬੰਧਨ ਬਣ ਜਾਂਦੇ ਆ। ਸਤਿਗੁਰ ਕਹਿੰਦੇ ਆ, ਦੂਹੂ ਤੇ ਰਹਿਤ ਭਗਤ ਹੈ ਕੋਈ ਬਿਰਲਾ ਜਾਣਾ। ਸਵਾਲ ਕੀਤਾ ਨਾ ਕਿ ਮਹਾਰਾਜ ਆ ਜਿੰਨੀ ਵੀ ਸੰਸਾਰ ਦੁਨੀਆ ਹੈ, ਹਰ ਕੋਈ ਆਪਣੇ ਆਪ ਨੂੰ ਭਗਤ ਦਸਾਉਂਦਾ ਕਿ ਮੈਂ ਭਗਤ ਹਾਂ, ਮੈਂ ਸਭ ਤੋਂ ਵੱਡਾ ਭਗਤ ਹਾਂ। ਆਪਣੇ ਵਿੱਚ ਵੀ ਬੜੇ ਨੇ। ਸਤਿਗੁਰਾਂ ਦਾ ਜਵਾਬ ਸੁਣੋ, ਕਹਿੰਦੇ ਦੂਹੂ ਤੇ ਰਹਿਤ ਭਗਤ ਹੈ ਕੋਈ ਬਿਰਲਾ ਜਾਣਾ। ਦੂਹੂ ਕਹੀਏ ਦੋਹਾਂ ਭਾਵ ਪਾਪ ਪੁੰਨ ਤੋਂ ਜੋ ਰਹਿਤ ਆ ਨਾ, ਭਾਵ ਜੋ ਪਾਪ ਬਿਲਕੁਲ ਹੀ ਨਾ ਕਰੇ ਤੇ ਚੰਗੇ ਕਰਮ ਦਾ ਹੰਕਾਰ ਨਾ ਕਰੇ, ਭੈੜੇ ਕਰਮਾਂ ਦੀ ਕੁਸੰਗਤ ਤੋਂ ਅਤੇ ਚੰਗੇ ਕਰਮਾਂ ਦੀ ਹੰਗਤਾਂ ਤੋਂ ਜੋ ਦੂਰ ਰਹਿੰਦਾ ਹੈ, ਉਹਦਾ ਨਾਂ ਹੀ ਭਗਤ ਹੈ। ਮਾੜਾ ਨਹੀਂ ਕਰਦਾ, ਚੰਗਾ ਕਰ ਰਿਹਾ, ਚੰਗਾ ਕਰਕੇ ਇਹ ਨਹੀਂ ਕਹਿੰਦਾ ਮੈਂ ਕੀਤਾ, ਉਹ ਭਗਤ ਹੈ। ਬਾਕੀ ਜੇ ਹੁਣ ਮੇਰੇ ਵਰਗਾ ਕਥਾ ਕਰਕੇ ਵੀ, ਸੇਵਾ ਕਰਕੇ ਵੀ ਜਾਂਦਾ, ਕੋਈ ਭਗਤ ਨਹੀਂ, ਪਖੰਡੀ ਆ। ਸਤਿਗੁਰ ਕਹਿੰਦੇ ਪਰ ਹੈ ਕੋਈ ਬਿਰਲਾ ਜਾਣਾ, ਕੁਸੰਗਤ ਤੋਂ ਦੂਰ ਰਵੇ, ਚੰਗੇ ਕਰਮਾਂ ਦੀ ਹੰਗਤਾ ਨਾ ਕਰੇ, ਉਹਦਾ ਨਾਂ ਹੀ ਭਗਤ ਹੈ। ਪਰ ਇਹਨਾਂ ਦੀ ਗਿਣਤੀ ਬਹੁਤੀ ਨਹੀਂ, ਕੋਈ ਵਿਰਲਾ ਹੀ ਐਸਾ ਭਗਤ ਜਾਣੀਦਾ ਹੈ। ਹਰ ਕੋਈ ਨਹੀਂ ਬਣ ਸਕਦਾ, ਹਰ ਕੋਈ ਭਗਤ ਨਹੀਂ ਬਣ ਸਕਦਾ। ਤੇ ਸਤਿਗੁਰ ਕਹਿੰਦੇ ਆ, ਠਾਕੁਰ ਸਰਬੇ ਸਮਾਣਾ। ਫਿਰ ਐਸੇ ਭਗਤ ਜਨਾਂ ਦੀ ਦ੍ਰਿਸ਼ਟੀ ਖੁੱਲ ਜਾਂਦੀ ਆ ਤੇ ਉਹਨਾਂ ਨੂੰ ਦਿਵਯ ਦ੍ਰਿਸ਼ਟੀ ਹੋ ਜਾਂਦੀ ਆ। ਫਿਰ ਉਹ ਐਸਾ ਮਹਿਸੂਸ ਕਰਦੇ ਆ ਕਿ ਐ ਠਾਕੁਰ ਜੀ, ਐ ਮਾਲਕ ਪਰਮੇਸ਼ਰ ਵਾਹਿਗੁਰੂ, ਤੂੰ ਸਰਬੇ ਕਹੀਏ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਕਿਆ ਹੋ ਸੁਣੋ ਸੁਆਮੀ, ਤੂੰ ਬੜ ਪੁਰਖ ਸੋ ਜਾਣਾ। ਐ ਰੱਬ ਜੀ, ਕਿਸੇ ਨੂੰ ਕੀ ਮੰਦਾ ਕਹੀਏ ਕੀ ਚੰਗਾ, ਜਦੋਂ ਸਾਰਿਆਂ ਵਿੱਚ ਤੇਰਾ ਹੀ ਨਾਮ ਸੁਣਾਈ ਦਿੰਦਾ। ਰੋਜ਼ ਪੜ੍ਹਦੇ ਸੁਣਦੇ ਆ ਮਹਾਰਾਜ ਦੀ ਬਾਣੀ, ਸਭ ਮੈਂ ਜੋਤ ਜੋਤ ਹੈ, ਸੋਏ ਦਿਖਦੇ ਚਾਨਣ ਸਭ ਮੈਂ ਚਾਨਣ। ਐ ਪਰਮੇਸ਼ਰ ਜੀ, ਇਹ ਬਿਸੰਸਾਰ ਤੁਮ ਦੇਖਦੇ ਔਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
ਆ ਦੁਨੀਆ ਜਿਹੜੀ ਸਾਨੂੰ ਕੁੜੱਤਣ ਲੱਗਦੀ ਆ ਨਾ, ਕੌੜੀ ਮਾੜੀ ਭੈੜੀ ਲੱਗਦੀ ਆ, ਇਹ ਕੀ ਆ? ਇਹ ਸਾਰੀ ਰੱਬ ਦਾ ਰੂਪ ਹੈ। ਜੇ ਉਹਨੇ ਸਾਡੇ ਵਿੱਚ ਜੋਤ ਧਰੀ ਹੈ ਤਾਂ ਹੀ ਅਸੀਂ ਆਏ ਹਾਂ। ਜੇ ਉਹਨੇ ਆਪਣੀ ਜੋਤ ਰੱਖੀ ਨਾ ਸਾਡੇ 'ਚ, ਤਾਂ ਹੀ ਸਾਡਾ ਆਉਣਾ ਹੋਇਆ ਹਰ ਇੱਕ ਦਾ। ਉਹ ਕਹਿੰਦੇ ਕਿਹਨੂੰ ਚੰਗਾ ਕਹੀਏ, ਕਿਹਨੂੰ ਮਾੜਾ ਕਹੀਏ, ਸਭ ਦੇ ਵਿੱਚ ਤੇਰਾ ਨਾਮ ਹੀ ਸੁਣਾਈ ਦਿੰਦਾ। ਇਹ ਭਗਤਾਂ ਦੀ ਬਿਰਤੀ ਦੀ ਗੱਲ ਹੈ। ਸ਼ੈਤਾਨ ਬਿਰਤੀ ਹੈ, ਰਾਖਸ਼ ਬਿਰਤੀ ਹੈ, ਉਹਨੂੰ ਕੋਈ ਨਹੀਂ ਦਿਖਣਾ, ਉਹਨੂੰ ਸਕੇ ਭਾਈ 'ਚ ਨਹੀਂ ਦਿਖਣਾ ਕਿ ਰੱਬ ਵਸਦਾ ਹੈ। ਪੁੱਤ ਨੂੰ ਆਪਣੇ ਪਿਓ 'ਚ ਨਹੀਂ ਦਿਖਣਾ ਕਿ ਰੱਬ ਹੈ, ਬਾਲੇ ਕੱਢੂਗਾ, ਚੰਗਾ ਮਾੜਾ ਬੋਲਦਾ। ਭਾਵ ਭਗਤਾਂ ਦੀ ਬਿਰਤੀ ਜਿਹੜੀ ਆ ਉਹ ਐਦਾਂ ਦੀ ਬਣ ਜਾਂਦੀ ਹੈ, ਹਰ ਇੱਕ ਦੇ ਵਿੱਚੋਂ ਰੱਬ ਦਾ ਨਾਮ ਉਹਨਾਂ ਨੂੰ ਸੁਣਾਈ ਦਿੰਦਾ। ਫਿਰ ਇਹ ਪ੍ਰਮਾਤਮਾ ਸੁਣਨਾ ਕਰੋ, ਮੈਂ ਤੁਹਾਡੀ ਉਪਮਾ ਕੀ ਕਰਾਂ, ਕਿਉਂਕਿ ਤੂੰ ਸਾਰਿਆਂ ਤੋਂ ਵੱਡੇ ਪੁਰਖ ਕਹੀਏ ਪੂਰਨ ਹੋ, ਅਤੇ ਸੁਜਾਣਾ ਕਹੀਏ ਅੰਤਰਜਾਮੀ। ਭਾਵ ਘੜ ਕੱਢ ਕੇ ਅੰਤਰ ਕੀ ਜਾਣਨ ਵਾਲੇ ਹੋ। ਸਭ ਦੇ ਅੰਦਰ ਦੀ ਤੁਸੀਂ ਜਾਣਦੇ ਹੋ, ਮੇਰੇ 'ਚ ਕੀ ਤਾਕਤ ਆ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਜੋ ਮਾਣ ਸਤਿਕਾਰ ਵਡਿਆਈ ਪ੍ਰਾਪਤ ਕਰਕੇ ਖੁਸ਼ ਹੁੰਦਾ ਹੈ ਨਾ, ਭਾਵ ਐਸਾ ਕੋ ਜਨਮਿਓ ਭਵ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕਿ ਅਭਿਮਾਨ ਪਦ ਨਿਰਾਦਰ ਦਾ ਵਾਚਕ ਹੈ। ਅਭਿਮਾਨ ਕਹੀਏ ਨਿਰਾਦਰ, ਕਿ ਜੋ ਸਤਿਕਾਰ ਵਡਿਆਈ ਪ੍ਰਾਪਤ ਕਰਕੇ ਖੁਸ਼ ਹੁੰਦਾ ਹੈ। ਅਭਿਮਾਨ ਕਹੀਏ ਨਿਰਾਦਰੀ, ਅਪਮਾਨ ਮਿਲੇ ਤੋਂ ਦੁਖੀ ਹੁੰਦਾ ਹੈ। ਅਭਿਮਾਨ ਭਾਵ ਨਿਰਾਦਰ ਹੋਣਾ। ਜਦੋਂ ਤਾਂ ਕੋਈ ਸਤਿਕਾਰ ਦਿੰਦਾ, ਵਡਿਆਈ ਕਰਦਾ, ਕੋਈ ਤਾਰੀਫ ਕਰਦਾ, ਬੰਦਾ ਖੁਸ਼ ਹੁੰਦਾ ਕਿ ਮੇਰੀ ਤਾਰੀਫ ਹੁੰਦੀ ਆ। ਜਦੋਂ ਕੋਈ ਅਭਿਮਾਨ ਦਿੰਦਾ, ਨਿਰਾਦਰ ਦਿੰਦਾ, ਉਦੋਂ ਬੰਦਾ ਦੁਖੀ ਹੋ ਜਾਂਦਾ ਅੰਦਰ। ਸਭ ਦਾ ਸਾਡਾ ਇਹੀ ਹਾਲ ਹੈ। ਇਉਂ ਇਹਨਾਂ ਅਵਸਥਾਵਾਂ ਜਾਂ ਹਾਲਾਤਾਂ ਦੇ ਮੰਦੇ ਕਹੀਏ ਵਿੱਚ ਹੈ, ਉਹ ਦਾਸ ਨਹੀਂ ਬਣ ਸਕਦਾ। ਭਾਵ ਜਿਹਨੂੰ ਮਾਣ ਵਡਿਆਈ ਦੀ ਇੱਛਾ ਹੈ ਕਿ ਲੋਕ ਮੇਰਾ ਸਤਿਕਾਰ ਕਰਨ, ਜਿਸ ਤਰ੍ਹਾਂ ਕਈ ਵੱਡੇ ਪੁਰਸ਼ ਵੱਡੀ ਕੁਰਬਾਨੀ ਜਾਂ ਸੇਵਾ ਕਰਕੇ ਉਤਨਾ ਚਿਰ ਖੁਸ਼ ਨਹੀਂ ਹੁੰਦੇ ਜਿਤਨਾ ਚਿਰ ਲੋਕ ਉਹਨਾਂ ਦਾ ਸਤਿਕਾਰ ਨਹੀਂ ਕਰਦੇ। ਫਿਰ ਵਡਿਆਈ ਮਿਲੀ ਤੋਂ ਮਨ ਵਿੱਚ ਅਭਿਮਾਨ ਹੰਕਾਰ ਆ ਜਾਂਦਾ, ਕਿਉਂਕਿ ਐਸਾ ਕੋਈ ਕਰੋੜਾਂ ਵਿੱਚ ਇੱਕ ਅੱਧਾ ਹੋ ਸਕਦਾ ਜਿਹਨੂੰ ਵਡਿਆਈ ਮਿਲੀ ਤੋਂ ਹੰਕਾਰ ਨਾ ਆਵੇ। ਨਹੀਂ, ਹਰ ਇੱਕ ਬੰਦਾ, ਮੈਂ ਵੀ ਵਿੱਚੇ ਆ, ਕੋਈ ਵਡਿਆਈ ਕਰਦੇ ਨਾ ਥੋੜੀ ਜੀ, ਬੰਦਾ ਚੌੜਾ ਹੋ ਜਾਂਦਾ। ਕੋਈ ਨਿਰਾਦਰ ਕਰਦੇ, ਬੰਦਾ ਦੁਖੀ ਆ। ਫਿਰ ਮਾਣ ਕਰਦਾ, ਕਿਉਂ ਦੇਖੀਆਂ ਮੇਰੀਆਂ ਗੱਲਾਂ, ਆ ਮਾਣ ਹੈ। ਕਿ ਵਡਿਆਈ ਨਾਲ ਜਾਉਂਦੇ ਨੇ, ਇਹ ਹੰਕਾਰ ਹੈ, ਹੰਕਾਰ ਨਾਲ ਜਾਉਂਦੇ ਨੇ। ਬਾਪੂ ਕਹਿੰਦਾ ਪਾਪ ਪੁੰਨ ਜਿਨ ਸਮ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਨਾ ਪੁੰਨਾਂ ਦਾ ਨਾ ਪਾਪਾਂ ਦਾ, ਨਿਰਲੇਪ ਹੈ ਬੰਦਾ। ਉਥੇ ਉਹ ਵਡਿਆਈ ਤੋਂ ਖੁਸ਼ ਨਹੀਂ। ਕੋਈ ਮਾੜਾ ਬੋਲ ਗਿਆ ਤਾਂ ਵੀ ਕੋਈ ਚੱਕਰ ਨਹੀਂ ਆ। ਜਿਹਨੇ ਕਰਿਆ ਆਪੇ ਭਰੂ। ਮੇਰੇ ਨਾਲ ਕੀਤਾ ਸ਼ਾਇਦ ਮੈਂ ਇਹਦੇ ਨਾਲ ਕੀਤਾ ਹੋਏਗਾ, ਨਵਾਂ ਕੀਤਾ ਇਹਨੇ ਤਾਂ ਰੱਬ ਆਪੇ ਦੇਖ ਲੂ ਇਹਨੂੰ, ਸਮਾਂ ਜਵਾਬ ਦਿੰਦਾ ਫਿਰ ਆ ਕੇ। ਉਹ ਕਹਿੰਦੇ ਐਸਾ ਕੋ ਜਨਮਿਓ ਭਵ ਮਾਹੀ। ਆ ਸੰਸਾਰ ਵਿੱਚ ਐਸਾ ਕੋਈ ਵਿਰਲਈ ਹੈ, ਪ੍ਰਭਤਾ ਪਾਏ ਜਾਸ ਮਦ ਨਾਹੀ। ਜਿਹੜਾ ਵਡਿਆਈ ਮਿਲੀ ਤੋਂ ਹੰਕਾਰ ਨਾ ਕਰੇ, ਜਿਹਨੂੰ ਹੰਕਾਰ ਨਾ ਆਵੇ, ਐਸਾ ਕੋਈ ਹੈ ਸੰਸਾਰ ਦੇ ਵਿੱਚ। ਨਹੀਂ, ਥੋੜੀ ਜਿਹੀ ਵਡਿਆਈ ਮਿਲੀ, ਬੰਦਾ ਮਾਣ ਵਿੱਚ ਹੰਕਾਰ ਵਿੱਚ ਆ ਜਾਂਦਾ ਹੈ। ਤੇ ਗੁਰਮੁਖੋ, ਆਪਣੇ ਜੋ ਆਪਣੇ ਆਦਰ ਦੀ ਲੋੜ ਵਾਲਾ ਹੈ
ਤੇ ਅਭਿਮਾਨ ਕੀ ਹੰਕਾਰ ਵਿੱਚ ਆ ਕੇ ਦੂਜੇ ਦੀ ਲੋੜ ਵਾਲਾ ਹੁੰਦਾ ਹੈ। ਹੰਕਾਰ ਵਿੱਚ ਆ ਕੇ ਦੂਜੇ ਦੀ ਨਿਰਾਦਰੀ ਕਰਨ ਵਾਲਾ ਹੈ, ਭਾਵ ਉਹ ਸੇਵਕ ਨਹੀਂ ਬਣ ਸਕਦਾ। ਜੋ ਆਦਰ ਚਾਹੁੰਦਾ ਹੈ ਉਹ ਸੇਵਕ ਨਹੀਂ। ਦੂਜੇ ਦੀ ਲੋੜ ਪੂਰੀ ਕਰਦਾ ਹੈ ਮਾਣ ਚ, ਹੰਕਾਰ ਚ, ਉਹ ਵੀ ਸੇਵਕ ਨਹੀਂ ਆ। ਦੂਜੇ ਦੀ ਨਿਰਾਦਰੀ ਕਰਦਾ ਹੰਕਾਰ ਚ, ਨਿਰਾਦਰੀ ਕਰਦਾ ਹੇਠੀ ਦਿਖਾਉਂਦਾ ਦੂਜੇ ਨੂੰ, ਨੀਚਾ ਦਿਖਾਉਂਦਾ ਹੈ, ਉਹ ਸੇਵਕ ਨਹੀਂ ਹੋ ਸਕਦਾ। ਤੇ ਸਤਿਗੁਰ ਕਹਿੰਦੇ ਆ ਜੀ, ਤਤ ਸਮਦਰਸ਼ੀ ਸੰਤੋ ਕੋਈ ਕੋਟ ਮਦਾਹੀ। ਇਹ ਸੰਤ ਜਨੋ ਸਾਰਿਆਂ ਵਿੱਚ ਤਤ ਸਰੂਪ ਪਰਮੇਸ਼ਰ ਦੇ ਬਰਾਬਰ ਦਰਸ਼ੀ ਦੇਖਣ ਵਾਲਾ ਸਮਦਰਸ਼ੀ, ਇੱਕ ਸਮਾਨ ਪਰਮਾਤਮਾ ਦਾ ਦਰਸ਼ਨ ਕਰਨ ਵਾਲਾ ਕਰੋੜਾਂ ਚ ਕੋਈ ਵਿਰਲਾ ਹੈ ਜਿਹਨੂੰ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਆ, ਜਿਹੜਾ ਸਭ ਦੇ ਵਿੱਚ ਇੱਕ, ਭਾਵ ਸਮ ਦ੍ਰਿਸ਼ਟੀ, ਇੱਕ ਨਜ਼ਰ ਦੇ ਨਾਲ ਸਭ ਦੇ ਵਿੱਚ ਰੱਬ ਦੀ ਜੋਤ ਵੇਖਦਾ ਹੈ। ਉਹੀ ਇਨਸਾਨ ਹੈ, ਉਹੀ ਬੰਦਾ ਹੈ। ਪਰਮਾਤਮਾ ਨੇ ਸਭ ਨੂੰ ਮਨੁੱਖ ਬਣਾਇਆ, ਬੰਦਾ ਬਣਾਇਆ। ਬੰਦਾ ਕੌਣ ਹੈ? ਬੰਦਾ ਹੋਏ ਸੋ ਬੰਦਗੀ ਹੈ। ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਮੈਂ ਸੰਤ ਹਾਂ, ਮੈਂ ਗਿਆਨੀ ਹਾਂ, ਮੈਂ ਧਿਆਨੀ ਹਾਂ, ਮੈਂ ਵੱਡਾ, ਕਿਤੇ ਨਹੀਂ ਕਿਹਾ। ਜਿੰਨਾ ਟਾਈਮ ਸਰੀਰ ਚ ਰਹੇ ਆਪਣੇ ਆਪ ਨੂੰ ਦਾਸਨ ਦਾਸ, ਨਾਨਕ ਨੀਚ, ਨਾਨਕ ਦਾਸ, ਤੇਰੇ ਚਾਕਰਾਂ ਪਾ ਖਾਕ, ਨਾਨਕ ਗਰੀਬ ਬੰਦਾ ਜਨ ਤੇਰਾ। ਐ ਰੱਬ ਜੀ, ਨਾਨਕ ਤੇਰਾ ਗਰੀਬ ਬੰਦਾ ਹੈ। ਬੰਦਾ ਹੋਇ ਸੋ ਬੰਦਗੀ ਗਹਿ, ਭਾਵ ਕੇ ਹੁਕਮ ਪਛਾਨੈ ਏਕੋ ਜਾਣੈ, ਬੰਦਾ ਕਹੀਐ ਸੋਈ। ਉਹ ਬੰਦਾ ਜਿਹੜਾ ਉਹਦਾ ਹੁਕਮ ਪਛਾਣ ਲੈਂਦਾ ਹੈ, ਸਭ ਦੇ ਵਿੱਚ ਇੱਕ ਨੂੰ ਜਾਣਦਾ ਹੈ। ਵੱਡੇ ਵੱਡੇ ਅਹੁਦੇ ਲੈਣੇ ਸੌਖੇ ਨੇ ਦੁਨੀਆ 'ਚ, ਵੱਡੀਆਂ ਵੱਡੀਆਂ ਪ੍ਰਾਪਤੀਆਂ, ਨੌਕਰੀਆਂ, ਪਦਵੀਆਂ ਲੈਣੀਆਂ ਸੌਖੀਆਂ ਨੇ, ਲੈ ਲੈਂਦਾ ਬੰਦਾ ਪੜ੍ਹ ਲਿਖ ਕਰਕੇ। ਪਰ ਗੁਰਮੁਖੋ, ਸਭ ਤੋਂ ਔਖਾ ਕੰਮ ਕੀ ਹੈ ਜੀ? ਬੰਦਾ ਬਣਨਾ। ਅਹੁਦੇ ਪ੍ਰਾਪਤ ਕਰਕੇ ਵੀ ਬੰਦਾ ਗਲਤ ਯੂਜ਼ ਕਰਦਾ ਹੁੰਦਾ। ਸ਼ਕਤੀ ਮਿਲ ਗਈ, ਪਾਵਰ ਮਿਲ ਗਈ, ਵਰਤਣੀ ਨਹੀਂ ਆਈ, ਗਲਤ ਵਰਤੋਂ ਕਰਦਾ ਆਪਣੀ ਪਾਵਰ ਦੀ, ਪ੍ਰਭਤਾ ਦੀ। ਉੱਥੇ ਫਿਰ ਇਹ ਨਹੀਂ ਵੇਖਦਾ ਇਹਦੇ ਵਿੱਚ ਮੇਰੇ ਕਰੇ ਹੋਏ ਚ ਕਿਸੇ ਦਾ ਮਾੜਾ ਹੁੰਦਾ ਹੈ, ਮੈਂ ਕਿਸੇ ਦੀਆਂ ਨਜ਼ਰਾਂ ਚ ਨੀਚਾ ਤਾਂ ਨਹੀਂ ਡਿੱਗ ਰਿਹਾ, ਗਲਤ ਤਾਂ ਨਹੀਂ ਹੁੰਦਾ ਕਿਸੇ ਦਾ। ਆਪਾਂ ਨੇ ਕੀ ਲੈਣਾ? ਸੋਚਦਾ ਹੈ ਆਪਣਾ ਉੱਲੂ ਸਿੱਧਾ ਚਾਹੀਦਾ, ਮੇਰਾ ਘਰ ਬਣੇ, ਮੈਨੇ ਕਿਸੇ ਤੋਂ ਕਿਆ ਲੈਣਾ। ਗੁਰਮੁਖੋ, ਉਹ ਪਦਵੀ ਲੈਣੀ ਸੌਖੀ ਆ, ਪਰ ਬੰਦਾ ਬਣਨਾ ਨਾ ਬਹੁਤ ਔਖਾ। ਬੰਦਾ ਕੌਣ ਆ? ਜਿਹੜਾ ਬੰਦਿਆਂ ਵਾਲੇ ਕੰਮ ਕਰਦਾ। ਬੰਦਿਆਂ ਵਾਲੇ, ਮਨੁੱਖਾਂ ਵਾਲੇ ਕੰਮ ਨੇ। ਇੱਕ ਦੂਜੇ ਦੇ ਟੱਕਰਾਂ ਮਾਰਨੀਆਂ, ਗਲ ਵੱਢਣੇ, ਹੱਕ ਖੋਹਣੇ, ਹੱਕ ਦੱਬਣੇ, ਮਾੜਾ ਬੋਲਣਾ ਬੰਦਿਆਂ ਦਾ ਕੰਮ ਨਹੀਂ। ਰਾਖਸ਼ ਬੁੱਧੀ ਆ ਇਹ, ਰਾਖਸ਼ ਬੁੱਧੀ ਆ। ਬਾਣੀ ਕਹਿੰਦੀ ਹੈ ਚੰਗਾ ਕਰ। ਇੱਥੇ ਜੋ ਵੀ ਆ, ਹਰ ਇੱਕ ਬੰਦਾ ਆਪੋ ਆਪਣੇ ਕਰਮ ਭੋਗਦਾ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤਦਾਰ ਆਪੈ ਆਨ ਲੁਟਾਵੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਬਾਣੀ ਰੋਜ਼ ਸਮਝਾਉਂਦੀ ਹੈ ਕਿ ਭਾਈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਕਰਮੀ ਆਪੋ ਆਪਣੀ ਕੇ ਨੇੜੇ। ਅੰਤ ਵੇਲੇ ਨਾ ਇੱਕ ਹੋਰ ਸੁਣ ਲਓ ਪਤੇ ਦੀ ਗੱਲ। ਅੰਤ ਵੇਲੇ ਜਦੋਂ ਅੰਤ ਆਉਂਦਾ ਬੰਦੇ ਦਾ, ਭਾਵ ਆ ਲੱਗੀ, ਪੰਜਾਬੀ ਚ ਕਹਿ ਲਈਏ ਮੌਤ ਆ ਗਈ, ਉਦੋਂ ਫਿਰ ਅੰਦਰ ਚੱਕਰ ਨੇ ਨਾ ਜਿਹੜੇ ਬੰਦੇ ਦੇ, ਗੱਲਾਂ ਬਹੁਤ ਡੂੰਘੀਆਂ, 114 ਚੱਕਰ, ਉਹ ਸਾਰੇ ਖੁੱਲ ਜਾਣਗੇ, ਸਾਰੇ A to Z। ਉੱਥੇ ਫਿਰ ਬ੍ਰਹਮ ਦੀ ਦ੍ਰਿਸ਼ਟੀ ਆ ਜਾਣੀ ਆ, ਸਭ ਕੁਛ ਪਤਾ ਲੱਗ ਜਾਣਾ ਫਿਰ। ਪਰ ਲੱਗੂ ਉਦੋਂ ਪਤਾ ਜਦੋਂ ਕੰਮ ਖਤਮ ਹੋ ਗਿਆ, ਸਵਾਸ ਖਤਮ, ਨੇੜੇ ਨੇ, ਥੋੜਾ ਬਹੁਤਾ ਰਹਿ ਗਿਆ, ਉਦੋਂ ਖੁੱਲਣਗੇ ਸਾਰੇ ਕਪਾਟ।
ਸਭ ਪੜਦੇ ਚੱਕੇ ਜਾਣੇ ਆ। ਜ਼ਿੰਦਗੀ ਦੀ ਸਾਰੀ ਫਿਲਮ ਅੱਖਾਂ ਦੇ ਸਾਹਮਣੇ ਸ਼ੁਰੂ ਹੋ ਜੂ। ਸਾਰੀ ਮੈਂ ਆਹ ਕੁਛ ਕੀਤਾ, ਚੰਗਾ ਮਾੜਾ ਸਭ ਕੁਝ ਸਾਹਮਣੇ ਆ ਜਾਣਾ। ਫਿਰ ਉੱਥੇ ਪਛਤਾਵਾ ਹੋਏਗਾ ਵੀ ਐਵੇਂ ਭਰਮਣ ਕਰਦਾ ਰਿਹਾ ਮਾੜੇ ਕਰਮਾਂ 'ਚ। ਪਰ ਗੁਰਮੁਖੋ ਉਸ ਟਾਈਮ ਸਭ ਕੁਛ ਖੁੰਝ ਜਾਂਦਾ ਹੈ, ਪਾਣੀ ਫਿਰ ਜਾਂਦਾ ਹੈ। ਯਤਨ ਕਰੀਏ ਕਿ ਉਹ ਚੀਜ਼ ਬਣਨ ਤੋਂ ਪਹਿਲਾਂ ਨਾ ਬਿਰਤੀ, ਦ੍ਰਿਸ਼ਟੀ, ਭਾਵਨਾ, ਜੀਵਨ ਇੰਨਾ ਸ਼ੁੱਧ ਹੋ ਜਾਏ, ਸਕੂਨ ਹੋਵੇ ਮਰਨ ਦਾ, ਸੰਸਾਰ ਚ ਆਉਣ ਦਾ ਆਨੰਦ, ਸਕੂਨ ਮਿਲੇ। ਇੱਕ ਦਿਨ ਤਾਂ ਇਹ ਤਾਂ ਸੱਚ ਹੈ ਕਿ ਇੱਕ ਦਿਨ ਆ ਸਰੀਰ ਨੂੰ ਛੱਡਣਾ ਹੈ। ਹੱਸ ਕੇ ਛੱਡਦੇ, ਰੋ ਕੇ ਛੱਡਦੇ। ਸਭ ਦੇ ਵਿੱਚ ਇੱਕ ਪਰਮਾਤਮਾ ਨੂੰ ਵੇਖਣ ਦੀ ਨਜ਼ਰ, ਦ੍ਰਿਸ਼ਟੀ ਬਣਾਈਏ। ਇੱਕ ਜੇ ਮੇਰੇ 'ਚ ਜੋਤ ਆ ਨਾ ਰੱਬ ਦੀ, ਮੰਨਦੇ ਆ ਮੈਂ ਚੰਗਾ, ਸਾਰੇ ਮੰਨਦੇ ਆ ਆਪਾਂ, ਮੈਂ ਚੰਗਾ, ਮੇਰਾ ਪਰਿਵਾਰ ਮੇਰੇ ਵਾਸਤੇ ਚੰਗਾ, ਠੀਕ ਹੈ। ਦੂਜੇ ਕਿਹਨੇ ਬਣਾਤੇ? ਜੇ ਮੈਨੂੰ ਪਰਮਾਤਮਾ ਨੇ ਬਣਾਇਆ, ਦੂਜਾ ਕਿਹੜਾ ਕੋਈ ਪਾਕਿਸਤਾਨੀ ਜਾਂ ਕੋਈ ਹੋਰ ਦੇਸ਼ ਤੋਂ ਆ ਕੇ ਬਣਾ ਗਿਆ ਉਹਨੂੰ। ਰੱਬ ਨੂੰ ਕਹਿੰਦਾ ਮੈਨੂੰ ਬਖਸ਼ ਲੈ, ਤੈਨੂੰ ਉਹ ਬਖਸ਼ ਦੇਗਾ, ਤੂੰ ਕਿਹਨੂੰ ਬਖਸ਼ਦਾ? ਬਾਣੀ ਕਹਿੰਦੀ ਹੈ ਸਜਣਾ ਇਹ ਸਰੀਰਾ ਮੇਰੇ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਆਪਣੇ ਕਰਮ ਵੇਖ। ਸਿਆਣੇ ਕਹਿੰਦੇ ਵੀ ਆਪਣੀ ਪੀੜੀ ਥੱਲੇ ਸੋਟਾ ਫੇਰ। ਸਿਆਣੀਆਂ ਕਹਾਵਤਾਂ ਨੇ ਨਾ, ਆਪਣੇ ਵੇਖ ਬਈ। ਇਹ ਨਾ ਹੋਵੇ ਕਿ ਆਪਣੀਆਂ ਕਸ਼ ਚ ਦੂਜੇ ਦੀਆਂ ਹੱਥ ਚ, ਆਪਣੇ ਅੰਦਰ ਝਾਤੀ ਮਾਰ। ਸੋ ਜੋ ਵੀ ਧਰਮ ਵੱਲ ਨੂੰ ਤੁਰੇ ਨੇ, ਜਿਹੜਾ ਭਗਤ ਖਵਾਉਂਦਾ, ਭਗਤ ਦੇ ਰਾਹ ਤੇ ਤੁਰਿਆ ਹੋਇਆ ਨਾ, ਬਾਣੀ ਪੜ੍ਹਨ, ਸੁਣਨ, ਸੇਵਾ ਕਰਨ ਦੇ ਵਿੱਚ, ਉਹਦਾ ਜੀਵਨ ਜ਼ਰੂਰ ਬਦਲੇ। ਬਸ ਜੇ ਰੱਬ ਸਾਨੂੰ ਕਿਰਪਾ ਕਰਕੇ ਆ ਸਮਾਂ ਦਿੰਦਾ ਨਾ ਸੰਗਤ ਦਾ, ਭਾਈ ਬਾਣੀ ਪੜ੍ਹਨ, ਸੁਣਨ ਦਾ, ਵਿਚਾਰਨ ਦਾ, ਇਹ ਸਾਡੀ ਬ੍ਰਿਤੀ ਹੋਵੇ ਕਿ ਸਾਡਾ ਜੀਵਨ ਜ਼ਰੂਰ ਬਦਲੇ। ਜਿਹੜੇ ਨਹੀਂ ਆਉਂਦੇ, ਨਹੀਂ ਪੜ੍ਹਦੇ, ਸੁਣਦੇ, ਸੇਵਾ ਨਹੀਂ, ਉਹਨਾਂ ਨੂੰ ਆਪਾਂ ਨੇ ਕਿਹਾ ਜਿਹੜਾ ਆਈ ਨਹੀਂ ਕਦੇ, ਉਹਨੇ ਕੀ ਬਦਲਣਾ? ਜਿਹਨੇ ਕਦੇ ਪੜ੍ਹੀਏ ਨਹੀਂ ਬਾਣੀ, ਸੁਣਿਆ ਹੀ ਨਹੀਂ ਕਦੇ ਗੁਰੂ ਦੇ ਬਚਨਾਂ ਨੂੰ, ਤੁਰੇ ਹੀ ਨਹੀਂ ਰੱਬ ਦੇ ਰਾਹ ਤੇ, ਭਗਤਾਂ ਦੇ ਰਾਹ ਤੇ, ਉਹ ਕਿਆ ਬਦਲੇਗਾ? ਜਿਹੜਾ ਤੁਰਦਾ ਗੁਰਮੁਖੋ, ਉਹਦਾ ਜੀਵਨ ਜ਼ਰੂਰ ਚੇਂਜ ਹੋਵੇ। ਜਿਹੜਾ ਭਗਤ ਖਵਾਉਂਦਾ ਨਾ, ਉਹਦਾ ਜੀਵਨ ਜ਼ਰੂਰ ਬਦਲੇ। ਇਹ ਨਾ ਬਦਲਿਆ ਫਿਰ ਇੰਨੇ ਸਾਲ ਹੋ ਗਏ ਮੈਨੂੰ ਆਉਂਦੇ ਨੂੰ, ਆਹ ਕਰਦੇ ਨੂੰ, ਕਰੀ ਜਾ। ਦੁਨੀਆ ਫਿਰਦੀ ਆ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਬੜੇ ਦੇਣ ਵਾਲੇ ਫਿਰਦੇ ਨੇ ਤਨ ਮਨ ਧਨ ਆਪਣਾ। ਪਰ ਹੁਕਮ ਮੰਨਿਆ ਭਾਈ ਹੈ, ਜਿਸ ਦਿਨ ਹੁਕਮ ਮੰਨਾਂਗੇ ਉਹਦੇ ਕੁਛ ਪਾਵਾਂਗੇ, ਨਹੀਂ ਕੁਛ ਨਹੀਂ ਮਿਲਣਾ। ਤਾਂ ਹੀ ਮਹਾਰਾਜ ਕਹਿੰਦੇ ਆ ਸਜਣਾ ਤਤ ਸਮਦਰਸ਼ੀ ਸੰਤੋ ਕੋਈ ਕੋਟ ਮਦਾਹੀ। ਇਹ ਫਿਰ ਆ ਅਵਸਥਾ ਵੀ ਕਰੋੜਾਂ ਦੇ ਵਿੱਚੋਂ ਇੱਕ ਅੱਧੇ ਨੂੰ ਮਿਲਦੀ ਆ, ਜਿਹੜਾ ਸਭ ਦੇ ਵਿੱਚ ਇੱਕ ਪਰਮਾਤਮਾ ਨੂੰ ਵੇਖਦਾ। ਨਹੀਂ ਹਰ ਕੋਈ ਬੰਦਾ ਚਾਹੁੰਦਾ ਮੈਂ ਹੋਵਾਂ, ਮੇਰਾ ਪਰਿਵਾਰ ਹੋਵੇ, ਬਸ ਦੂਜੇ ਤੋਂ ਮੈਨੇ ਕਿਆ ਲੈਣਾ। ਮਨੁੱਖ ਬਣਾਇਆ ਰੱਬ ਨੇ, ਪਰਮਾਤਮਾ ਨੇ ਬੰਦਾ ਬਣਾਇਆ। ਇਹ ਅਗਲੀਆਂ ਖੋਜਾਂ ਬੰਦੇ ਨੇ ਆਪ ਕੱਢੀਆਂ ਨੇ, ਅਗਲੀਆਂ ਖੋਜਾਂ ਬੰਦੇ ਨੇ ਆਪ ਕੱਢੀਆਂ ਨੇ। ਅੱਖਾਂ ਦਿੱਤੀਆਂ ਸੰਗਤਾਂ ਦੇ ਗੁਰੂ ਦੇ ਦਰਸ਼ਨ ਕਰਨ ਨੂੰ, ਕੰਨ ਦਿੱਤੇ ਨੇ ਬਾਣੀ ਸਰਵਣ ਕਰਨ ਨੂੰ, ਸੁਣਨ ਨੂੰ, ਜੀਭ ਦਿੱਤੀ ਆ ਰੱਬ ਦਾ ਨਾਮ ਜਪਣ ਨੂੰ। ਇਹਨਾਂ ਦਾ ਗਲਤ ਯੂਜ ਕਿਵੇਂ ਕਰਨਾ ਇਹ ਆਪਾਂ ਸਿੱਖਿਆ, ਰੱਬ ਰੱਬ ਕਰਨਾ ਸਿਖਾਇਆ ਉਹਨੇ। ਤੇ ਗਲਤ ਭਾਵਨਾਵਾਂ ਉਹ ਸਾਡੀਆਂ ਖੋਜਾਂ ਨੇ। ਰੱਬ ਨੇ ਅੰਗੂਰ ਪੈਦਾ ਕੀਤੇ ਆ, ਗੰਨਾ ਪੈਦਾ ਕੀਤਾ, ਉਹਦੇ ਵਿੱਚੋਂ ਬੜਾ ਕੁਛ ਬਣਦਾ ਜੀ, ਮਠਿਆਈ ਬਣਦੀ ਹੈ, ਬੜੇ ਪਕਵਾਨ ਬਣਦੇ ਨੇ, ਚੰਗੀਆਂ ਚੀਜ਼ਾਂ। ਤੇ ਅਗਲੀ ਖੋਜ ਜਿਹੜੀ ਆ ਉਹ ਬੰਦੇ ਦੀ ਆਪਦੀ ਆ, ਸ਼ਰਾਬ ਕੱਢਣੀ, ਜ਼ਹਿਰ ਬਣਾਉਣੀ, ਉਹ ਆਪਣੀ ਖੋਜ ਆ ਬੰਦੇ ਦੀ, ਉਹਨੇ ਨਹੀਂ। ਕਲਯੁਗੀ ਸੋਚ। ਯਤਨ ਕਰੀਏ ਗੁਰਮੁਖੋ, ਸੋਚ ਵਿਚਾਰ ਚੰਗੀ ਬਣਾਈਏ, ਉਹਦੀਆਂ ਨਜ਼ਰਾਂ 'ਚ ਉੱਚੇ ਹੋਈਏ। ਇੱਕ ਦਿਨ ਤਾਂ ਆ ਚੱਲਦੇ ਚੱਲਦੇ ਸਰੀਰ ਨੂੰ ਛੱਡਣਾ। ਆਪਣੇ ਹੱਥਾਂ ਪੈਰਾਂ ਕਨੀ ਕਦੇ ਵੇਖਿਓ, ਰਾਤ ਨੂੰ ਪਏ ਪਏ ਕਦੇ ਸੋਚਿਓ, ਅੱਜ ਮੈਂ ਆਪ ਹਿੱਲ ਜੁਲ ਕਰ ਰਿਹਾ, ਆਪ ਆਪਣੇ ਕੱਪੜੇ ਪਹਿਨਦਾ, ਆਪ ਸਜਦਾ ਮੈਂ ਸੀਸੇ ਮੂਹਰੇ ਖੜ ਕੇ। ਇੱਕ ਦਿਨ ਖਤਮ ਕਹਾਣੀ। ਸੱਚ ਹੈ ਝੂਠ ਕੀ ਹੈ, ਤੇ ਡਰਨਾ ਵੀ ਕੀ ਆ। ਆਤਮਾ ਜੇ ਉਹਦੇ ਨਾਲ ਜੁੜ ਗਈ ਨਾ, ਪਹਿਲੀ ਦ੍ਰਿਸ਼ਟੀ ਏਦਾਂ ਦੀ ਸਕੂਨ, ਸਹਿਜ,
ਮਿਲ ਗਿਆ। ਭਾਵ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ। ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਜੇ ਸਹਿਜ ਅਵਸਥਾ ਨਹੀਂ ਨਾ ਆਈ, ਜਿੰਨਾ ਮਰਜੀ ਪੜੀ ਜਾਈਏ ਸੁਣੀ ਜਾਈਏ ਬਣੀਏ। ਫਿਰ ਨਾਨਕ ਕੋਟਨ ਮੈਂ ਕੋ ਨਾਰਾਇਣ ਜਹ ਚੀਤ। ਕਰੋੜਾਂ ਚ ਇੱਕ ਅੱਧਾ ਹੁੰਦਾ ਹੈ। ਹੁਣ ਇਹ ਵੇਖਣਾ ਸਾਡੀ ਗਿਣਤੀ ਕਿੰਨਾ ਚ ਆਉਂਦੀ ਹੈ। ਆਓ ਜੀ, ਹੋਈਆਂ ਭੁੱਲਾਂ ਤੋਂ ਖਿਮਾ ਇੱਥੇ ਸਮਾਪਤੀ ਹੈ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ। ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।